किताब श्री गुरु ग्रंथ साहिब दा इलाही संदेश। लेखक डॉक्टर दविंदर सिंह सेखों। भाग दूजा। वाहिगुरु दे रूप। वाहिगुरु जी का खालसा, वाहिगुरु जी की फतेह। मार्च दे महीने दा ਇਹ ਇੱਕ ਸੁਹਾਵਣਾ ਦਿਨ ਹੈ। ਭਾਈ ਕਸ਼ਮੀਰ ਸਿੰਘ ਦੇ ਡੇਰੇ ਬੜੀ ਚਹਿਲ ਪਹਿਲ ਹੈ। ਚਾਰ ਚੁਫੇਰੇ ਕਣਕ ਦੇ ਖੇਤ ਲਹਿਰਾ ਰਹੇ ਹਨ। ਕਿਤੇ ਕਿਤੇ ਕਮਾਦ ਦੇ ਵੀ ਕੁਝ ਟੱਕ ਦਿਸ ਰਹੇ ਹਨ। ਕੁਝ ਦੂਰ ਮੋਰ ਅਤੇ ਕੁਝ ਹੋਰ ਪੰਛੀ ਚੁਗ ਰਹੇ ਹਨ। ਸੜਕਾਂ ਅਤੇ ਨਹਿਰ ਦੀ ਪਟੜੀ 'ਤੇ ਬਹੁਤ ਆਵਾਜਾਈ ਹੈ। ਕੁਦਰਤ ਆਪਣੇ ਪੂਰੇ ਜੋਬਨ 'ਤੇ ਲੱਗ ਰਹੀ ਹੈ। ਸੰਗਤਾਂ ਭਾਈ ਦਲੀਪ ਸਿੰਘ ਦੀ ਆਉਣ ਦੀ ਉਡੀਕ ਵਿੱਚ ਹਨ। ਕੁਝ ਜਾਣੇ ਸੰਗਤ ਲਈ ਦਰੀਆਂ ਵਿਛਾ ਰਹੇ ਹਨ ਅਤੇ ਕੁਝ ਹੋਰ ਲੰਗਰ ਵਿੱਚ ਹੱਥ ਵਟਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਦਲੀਪ ਸਿੰਘ ਨੇ ਮੰਚ 'ਤੇ ਆ ਕੇ ਉੱਚੀ ਆਵਾਜ਼ ਵਿੱਚ ਫਤਿਹ ਗਜਾ ਕੇ ਸਭ ਦਾ ਧਿਆਨ ਖਿੱਚ ਲਿਆ। ਉਹਨਾਂ ਦੇ ਚਿਹਰੇ 'ਤੇ ਵੱਡੀ ਸਾਰੀ ਮੁਸਕਾਨ ਸੀ। ਸੰਗਤ ਵਿੱਚੋਂ ਬਹੁਤਿਆਂ ਨੇ ਭਾਈ ਸਾਹਿਬ ਨੂੰ ਆਉਂਦਿਆਂ ਨਹੀਂ ਸੀ ਵੇਖਿਆ। ਸਾਰਿਆਂ ਨੇ ਆਪੋ ਆਪਣੀ ਥਾਂ ਤੋਂ ਫਤਿਹ ਦਾ ਉੱਤਰ ਬੜੀ ਗਰਮਜੋਸ਼ੀ ਨਾਲ ਦਿੱਤਾ ਅਤੇ ਸਾਰੀ ਸੰਗਤ ਤੇਜ਼ੀ ਨਾਲ ਦਰੀਆਂ 'ਤੇ ਸੱਜ ਗਈ। ਹਾਂਜੀ, ਅੱਜ ਆਪ ਦੇ ਮਨ ਵਿੱਚ ਕੀ ਸਵਾਲ ਹੈ? ਭਾਈ ਜੀ ਨੇ ਬੜੀ ਮਿਠਾਸ ਨਾਲ ਸੰਗਤ 'ਤੇ ਝਾਤੀ ਮਾਰੀ। ਕਿਉਂਕਿ ਹੁਣ ਅਕਾਲ ਪੁਰਖ ਦੀ ਗੱਲ ਚੱਲ ਰਹੀ ਹੈ, ਮੈਂ ਸੋਚਦਾ ਹਾਂ ਕਿ ਇਸੇ ਵਿਸ਼ੇ 'ਤੇ ਹੀ ਕੁਝ ਹੋਰ ਜਾਣਕਾਰੀ ਲਈ ਜਾਵੇ। ਭਾਈ ਸਾਹਿਬ, ਮੈਂ ਬਹੁਤ ਵਾਰ ਸੁਣਿਆ ਹੈ ਕਿ ਵਾਹਿਗੁਰੂ ਦੇ 3 ਵੱਖ-ਵੱਖ ਸਰੂਪ ਹਨ। ਕੀ ਤੁਸੀਂ ਕਿਰਪਾ ਕਰਕੇ ਸਾਰੇ ਸਰੂਪਾਂ ਬਾਰੇ ਵਿਸਥਾਰ ਸਹਿਤ ਕੁਝ ਦੱਸੋਗੇ? ਖਾਸ ਤੌਰ 'ਤੇ ਸ਼ਬਦ ਦੇ ਰੂਪ ਵਿੱਚ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ। ਇੱਕ ਹੋਰ ਨੌਜਵਾਨ ਕੁਲਵੀਰ ਸਿੰਘ ਨੇ ਸਵਾਲ ਕੀਤਾ। ਛੋਟੇ ਵੀਰ, ਮੈਨੂੰ ਉੱਤਰ ਦੇਣ ਦੀ ਕੋਸ਼ਿਸ਼ ਵਿੱਚ ਬੜੀ ਖੁਸ਼ੀ ਹੋਵੇਗੀ। ਭਾਈ ਦਲੀਪ ਸਿੰਘ ਮੁਸਕਰਾਏ। ਜਿਵੇਂ ਤੁਸੀਂ ਆਪ ਹੀ ਆਖਿਆ ਹੈ, ਸਤਿਗੁਰਾਂ ਨੇ ਅਕਾਲ ਪੁਰਖ ਦੇ 3 ਸਰੂਪ ਦੱਸੇ ਹਨ, ਨਿਰਗੁਣ, ਸਰਗੁਣ ਅਤੇ ਸ਼ਬਦ। ਅਸੀਂ ਤਿੰਨਾਂ ਬਾਰੇ ਹੀ ਵਾਰੀ-ਵਾਰੀ ਵਿਚਾਰ ਕਰਾਂਗੇ। ਨੰਬਰ 1, ਸਰਗੁਣ ਸਰੂਪ। ਇਹ ਜੋ ਸਾਰਾ ਦਿਸਦਾ ਬ੍ਰਹਿਮੰਡ ਹੈ, ਇਹ ਅਕਾਲ ਪੁਰਖ ਦਾ ਸਰਗੁਣ ਸਰੂਪ ਹੀ ਹੈ। ਇਸ ਬਾਰੇ ਬਹੁਤ ਜ਼ਿਆਦਾ ਸ਼ਬਦ ਹਨ, ਪਰ ਅਸੀਂ ਕੁਝ ਥੋੜ੍ਹਿਆਂ 'ਤੇ ਹੀ ਵਿਚਾਰ ਕਰਾਂਗੇ। ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ। ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ। ਆਰਾਮ ਕਲੀ ਮਹਲਾ ਤੀਜਾ, ਆਨੰਦ, ਪੰਨਾ 922। ਅਰਥ, ਹੇ ਅੱਖੀਓ, ਇਹ ਸਾਰਾ ਵਿਸ਼ਵ, ਵਿਸ ਸੰਸਾਰ ਤੁਸੀਂ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਉਸ ਦਾ ਹੀ ਰੂਪ ਦਿਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ ਅਤੇ ਹੁਣ ਮੈਨੂੰ ਹਰ ਪਾਸੇ ਅਕਾਲ ਪੁਰਖ ਹੀ ਦਿਸਦਾ ਹੈ, ਹੋਰ ਕੁਝ ਨਹੀਂ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ, ਕੀਮਤ ਨਹੀਂ ਪਾਏ। ਸ਼ਲੋਕ ਮਹੱਲਾ ਪਹਿਲਾ, ਪੰਨਾ 83। ਅਰਥ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪ੍ਰਭੂ ਆਪ ਇਸ ਵਿੱਚ ਵਸ ਰਿਹਾ ਹੈ। ਉਹ ਕੁਦਰਤ ਵਿੱਚ ਵਸ ਤਾਂ ਰਿਹਾ ਹੈ, ਪਰ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੇ ਕੋਈ ਇਹ ਯਤਨ ਕਰੇ ਵੀ ਤਾਂ ਵੀ ਉਹ ਦੱਸ ਨਹੀਂ ਸਕਦਾ। ਹਾਂ, ਸਮਝਦਾਰ ਇਨਸਾਨ ਉਹ ਹੈ ਜੋ ਮਨੁੱਖਾ ਜਨਮ ਦੀ ਕੀਮਤ ਸਮਝਦਾ ਹੈ ਕਿ ਇਹ ਪਰਮਾਤਮਾ ਨਾਲ ਇੱਕ ਜੋਤ ਹੋਣ ਲਈ ਮਿਲਿਆ ਹੈ। ਦੁੱਖ ਦਾਰੂ ਸੁਖ ਰੋਗ ਪਾਇਆ, ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀਂ, ਜਾਂ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ। ਸ਼ਲੋਕ ਮਹੱਲਾ ਪਹਿਲਾ, ਪੰਨਾ 469। ਅਰਥ, ਹੇ ਕੁਦਰਤ ਵਿੱਚ ਵਸੇ ਹੋਏ ਪ੍ਰਭੂ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਜਦੋਂ ਮਨੁੱਖ ਸੁੱਖ ਵਿੱਚ ਹੁੰਦਾ ਹੈ ਤਾਂ ਉਸ ਨੂੰ ਤੇਰੇ ਦਰਸ਼ਨਾਂ ਦੀ ਤਾਂਘ ਨਹੀਂ ਹੁੰਦੀ। ਤੇਰੇ ਤੋਂ ਅਵੇਸਲਾ ਰਹਿਣ ਕਰਕੇ ਉਹ ਮਾਨਸਿਕ ਰੋਗੀ ਹੋ ਜਾਂਦਾ ਹੈ। ਪਰੰਤੂ ਜਦੋਂ ਮਨੁੱਖ ਦੁੱਖ ਵਿੱਚ ਹੁੰਦਾ ਹੈ ਤਾਂ ਉਹ ਤੈਨੂੰ ਯਾਦ ਕਰਦਾ ਹੈ। ਤੇਰੀ ਯਾਦ ਹੀ ਉਸ ਦੇ ਰੋਗਾਂ ਦਾ ਦਾਰੂ ਬਣ ਜਾਂਦੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬਸੰਤਰ ਮਾਹੇ। ਸੁਖਮਨੀ ਸਾਹਿਬ, ਪੰਨਾ 293। ਅਰਥ, ਜਿਹੜਾ ਬੇਅੰਤ ਵਾਹਿਗੁਰੂ ਤੁਹਾਡੇ ਅੰਦਰ ਹੈ, ਬਾਹਰ ਵੀ ਹਰ ਥਾਂ ਉਹੀ ਹੈ। ਉਹ ਪ੍ਰਭੂ ਹਰ ਹਿਰਦੇ ਵਿੱਚ ਵਸ ਰਿਹਾ ਹੈ
ਅਤੇ ਸਭ ਦੀ ਪਾਲਣਾ ਕਰਨ ਵਾਲਾ ਧਰਤੀ ਤੇ, ਆਕਾਸ਼ ਵਿੱਚ ਅਤੇ ਪਤਾਲ ਵਿੱਚ ਸਭ ਥਾਈਂ ਮੌਜੂਦ ਹੈ। ਬਣਾਂ ਵਿੱਚ, ਕੱਖਾਂ ਵਿੱਚ, ਪਹਾੜਾਂ ਵਿੱਚ, ਹਵਾ ਵਿੱਚ, ਪਾਣੀ ਅਤੇ ਅੱਗ ਵਿੱਚ ਵੀ ਉਹ ਹੀ ਪ੍ਰਭੂ ਹੈ। ਜਿਵੇਂ ਜਿਵੇਂ ਪ੍ਰਭੂ ਹੁਕਮ ਦਿੰਦਾ ਹੈ, ਤਿਵੇਂ ਤਿਵੇਂ ਹੀ ਇਹ ਸਾਰੇ ਆਕਾਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਇਹੋ ਜਿਹੇ ਹੋਰ ਬਹੁਤ ਪਾਵਨ ਸ਼ਬਦ ਹਨ ਜੋ ਵਾਹਿਗੁਰੂ ਦੇ ਸਰਗੁਣ ਸਰੂਪ ਨੂੰ ਬਿਆਨ ਕਰਦੇ ਹਨ। ਦੂਸਰੇ ਸ਼ਬਦਾਂ ਵਿੱਚ ਇਹ ਸਾਰਾ ਦਿਸਦਾ ਆਕਾਰ ਵਾਹਿਗੁਰੂ ਦਾ ਸਰਗੁਣ ਸਰੂਪ ਹੈ, ਜਿਸ ਦੇ ਉਹ ਕਣ ਕਣ ਵਿੱਚ ਸਮਾਇਆ ਹੋਇਆ ਹੈ। ਆਓ ਹੁਣ ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਵਿਚਾਰੀਏ। ਨੰਬਰ 2, ਨਿਰਗੁਣ ਸਰੂਪ। ਵਾਹਿਗੁਰੂ ਦਾ ਸਰਗੁਣ ਸਰੂਪ ਤਾਂ ਉਸ ਦਾ ਦਿਸਦਾ ਸਰੂਪ ਹੈ ਜੋ ਸਾਨੂੰ ਕੁਦਰਤ ਵਿੱਚੋਂ ਨਜ਼ਰ ਆਉਂਦਾ ਹੈ। ਪਰ ਜਿਵੇਂ ਕਿ ਨਾਮ ਤੋਂ ਹੀ ਜ਼ਾਹਰ ਹੈ, ਨਿਰਗੁਣ ਸਰੂਪ ਉਹ ਹੈ ਜੋ ਸਾਨੂੰ ਦਿਸਦਾ ਨਹੀਂ। ਬ੍ਰਹਿਮੰਡ ਦੀ ਸਿਰਜਣਾ ਤੋਂ ਪਹਿਲਾਂ ਜਦੋਂ ਵਾਹਿਗੁਰੂ ਆਪਣੇ ਆਪ ਵਿੱਚ ਹੀ ਸੀ, ਉਦੋਂ ਉਹ ਨਿਰੋਲ ਆਪਣੇ ਨਿਰਗੁਣ ਸਰੂਪ ਵਿੱਚ ਸੀ। ਹੁਣ ਵੀ ਪ੍ਰਭੂ ਜੀਵਾਂ ਵਿੱਚ ਨਿਰਗੁਣ ਸਰੂਪ ਵਿੱਚ ਹੀ ਵਸਦਾ ਹੈ। ਉਂਝ ਤਾਂ ਵਾਹਿਗੁਰੂ ਸਦਾ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ, ਪਰ ਕਈ ਵਾਰ ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਉਸ ਦਾ ਮਾਇਆ ਰਹਿਤ ਸਰੂਪ ਵੀ ਆਖਿਆ ਜਾਂਦਾ ਹੈ। ਆਓ ਇਸ ਸਰੂਪ ਬਾਰੇ ਕੁਝ ਪਾਵਨ ਸ਼ਬਦ ਵਿਚਾਰੀਏ। ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸ ਦੂਤਾਂ ਦੁਰਮਤ ਦੋਏ। ਮਨ ਮਾਨੈ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣਾ ਵਸ ਹੋਏ। ਆਪ ਨਿਵਾਰ ਵਿਚਾਰੇ ਸੋਇ ਰਹਾਓ। ਗੌੜੀ ਗੁਆਰੇਰੀ ਮਹੱਲਾ ਪਹਿਲਾ ਪੰਨਾ 222। ਅਰਥ, ਨਿਰਗੁਣ ਸਰੂਪ ਪ੍ਰਭੂ ਸ਼ੁਭ ਗੁਣਾਂ ਦੇ ਧਾਰਨ ਨਾਲ ਵਸ ਵਿੱਚ ਆਉਂਦਾ ਹੈ। ਜਿਹੜਾ ਮਨੁੱਖ ਆਪਾ ਭਾਵ ਦੂਰ ਕਰ ਲੈਂਦਾ ਹੈ, ਉਹ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਪਰ ਸਾਡਾ ਮਨ ਭੈੜੀ ਮੱਤ ਅਤੇ ਮੇਰ ਤੇਰ ਵਰਗੇ ਰਾਖਸ਼ਾਂ ਦੇ ਕਾਬੂ ਵਿੱਚ ਰਹਿੰਦਾ ਹੈ। ਸਾਡਾ ਮਨ ਬੇਕਾਬੂ ਹੋਣ ਕਰਕੇ ਵਾਹਿਗੁਰੂ ਨਾਲ ਮਿਲਾਪ ਵਾਲਾ ਆਪਣਾ ਅਸਲੀ ਕਾਰਜ ਸਵਾਰ ਨਹੀਂ ਸਕਦਾ। ਪਰ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਰਾਹੀਂ ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ, ਉਹ ਵਾਹਿਗੁਰੂ ਨਾਲ ਇੱਕਮਿਕ ਹੋ ਜਾਂਦਾ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਗੌੜੀ ਸੁਖਮਣੀ ਸ਼ਲੋਕ ਮਹੱਲਾ ਪੰਜਵਾਂ ਪੰਨਾ 290। ਅਰਥ, ਦਿਸਦੇ ਜਗਤ ਅਤੇ ਅਣਦਿਸਦੇ ਸਰੂਪ ਵਿੱਚ ਪ੍ਰਭੂ ਆਪ ਹੀ ਆਪ ਹੈ। ਆਕਾਰ ਰਹਿਤ ਪ੍ਰਭੂ ਅਫੁਰ, ਜਿੱਥੇ ਕੋਈ ਫੁਰਨਾ ਜਾਂ ਖਿਆਲ ਨਹੀਂ ਉਪਜਦਾ, ਅਵਸਥਾ ਵਿੱਚ ਸਮਾਧੀ ਲਾਉਣ ਵਾਲਾ ਵੀ ਆਪ ਹੀ ਹੈ ਅਤੇ ਆਪਣੇ ਪੈਦਾ ਕੀਤੇ ਜੀਵਾਂ ਅੰਦਰ ਬੈਠ ਕੇ ਆਪਣਾ ਨਾਮ ਵੀ ਪ੍ਰਭੂ ਆਪ ਹੀ ਜਪਵਾ ਰਿਹਾ ਹੈ। ਰਾਜ ਜੋਬਨ ਪ੍ਰਭ ਤੂੰ ਤਣੀ, ਤੂੰ ਨਿਰਗਣ ਤੂੰ ਸਰਗੁਣੀ। ਇਹਾਂ ਉਹਾਂ ਤੁਮ ਰਖੇ, ਗੁਰ ਕਿਰਪਾ ਤੇ ਕੋ ਲਖੇ। ਗੌੜੀ ਮਹੱਲਾ ਪੰਜਵਾਂ ਪੰਨਾ 211। ਅਰਥ, हे ਪ੍ਰਭੂ, ਰਾਜ ਜਵਾਨੀ ਅਤੇ ਧਨ ਦਾ ਦਾਤਾ ਤੂੰ ਹੀ ਹੈ। ਨਿਰਗੁਣ ਅਤੇ ਸਰਗੁਣ ਤੇਰੇ ਹੀ ਸਰੂਪ ਹਨ। ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਤੂੰ ਹੀ ਰੱਖਿਆ ਕਰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਤੇਰੇ ਨਾਲ ਸਾਂਝ ਪਾਉਂਦਾ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ। ਆਪਣੀ ਕੀਮਤ ਆਪੇ ਪਾਏ। ਗੌੜੀ ਸੁਖਮਣੀ ਮਹੱਲਾ ਪੰਜਵਾਂ ਪੰਨਾ 287 ਅਤੇ 88। ਅਰਥ, ਜਿਸ ਪ੍ਰਭੂ ਨੇ ਆਪਣੀ ਸੱਤਿਆ ਟਿਕਾ ਕੇ ਸਾਰੇ ਜਗਤ ਨੂੰ ਮੋਹਿਆ ਹੈ, ਉਹ ਆਪ ਹੀ ਨਿਰਗੁਣ ਸਰੂਪ ਹੈ ਅਤੇ ਆਪ ਹੀ ਸਰਗੁਣ ਸਰੂਪ ਹੈ। ਉਸ ਨੇ ਜਗਤ ਰਚਨਾ ਦਾ ਸਾਰਾ ਖੇਲ ਤਮਾਸ਼ਾ ਆਪ ਹੀ ਬਣਾਇਆ ਹੈ ਅਤੇ ਆਪ ਹੀ ਇਸ ਦੀ ਕੀਮਤ ਪਾਉਂਦਾ ਹੈ, ਭਾਵ ਆਪ ਹੀ ਇਸ ਦਾ ਪ੍ਰਬੰਧ ਚਲਾਉਂਦਾ ਹੈ। ਇਹ ਕੁਝ ਪਾਵਨ ਸ਼ਬਦ ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਬਿਆਨ ਕਰਦੇ ਹਨ। ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਜ਼ਰੂਰ ਪੁੱਛ ਲੈਣਾ। ਭਾਈ ਦਲੀਪ ਸਿੰਘ ਨੇ ਪਾਣੀ ਦੇ ਘੁੱਟ ਭਰਦਿਆਂ ਆਖਿਆ। ਕਿਸੇ ਵੱਲੋਂ ਕੋਈ ਸਵਾਲ ਨਾ ਪੁੱਛੇ ਜਾਣ 'ਤੇ ਭਾਈ ਸਾਹਿਬ ਨੇ ਕਥਾ ਜਾਰੀ ਰੱਖਣ ਲਈ ਹੋਰ ਪਾਣੀ ਪੀਤਾ। ਹੁਣ ਅਸੀਂ ਵਾਹਿਗੁਰੂ ਦੇ ਉਸ ਸਰੂਪ 'ਤੇ ਵਿਚਾਰ ਕਰਾਂਗੇ ਜਿਸ ਨੂੰ ਸਮਝਣਾ ਕੁਝ ਔਖਾ ਹੈ। ਉਹ ਹੈ ਨੰਬਰ 3, ਸ਼ਬਦ ਸਰੂਪ। ਸ਼ਬਦ ਪਰਮਾਤਮਾ ਦਾ ਉਹ ਸਰੂਪ ਹੈ ਜਿਸ ਵਿੱਚ ਉਹ ਸਾਰੇ ਬ੍ਰਹਿਮੰਡ ਵਿੱਚ ਪ੍ਰਕਾਸ਼ ਰੂਪ ਵਿੱਚ ਸਮਾਇਆ ਹੋਇਆ ਹੈ, ਜਿਸ ਨੂੰ ਅਸੀਂ ਜੋਤ ਵੀ ਆਖਦੇ ਹਾਂ। ਇਹ ਪ੍ਰਭੂ ਦਾ ਗਿਆਨ ਸਰੂਪ ਹੈ ਅਤੇ ਇਸੇ ਸਰੂਪ ਵਿੱਚ ਪ੍ਰਭੂ
ਹਰ ਥਾਂ ਤੇ ਲੁਕਿਆ ਬੈਠਾ ਹੈ। ਪ੍ਰਭੂ ਨਾਲ ਸਾਡਾ ਮਿਲਾਪ ਵੀ ਉਸ ਦੇ ਇਸ ਸਰੂਪ ਰਾਹੀਂ ਹੀ ਹੁੰਦਾ ਹੈ। ਸਾਡੀ ਆਤਮਾ ਵੀ ਇਸੇ ਪ੍ਰਕਾਸ਼ ਦਾ ਹੀ ਹਿੱਸਾ ਹੈ, ਪਰ ਦੋਵਾਂ ਵਿੱਚ ਹਉਮੈ ਦਾ ਪਰਦਾ ਹੈ। ਜਦੋਂ ਪਰਮਾਤਮਾ ਦਾ ਨਾਮ ਜਪਦਿਆਂ ਗੁਰੂ ਦੀ ਕਿਰਪਾ ਨਾਲ ਹਉਮੈ ਦੂਰ ਹੋ ਜਾਂਦੀ ਹੈ ਤਾਂ ਸਾਡੀ ਆਤਮਾ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਹੈ। ਆਓ ਇਸ ਸ਼ਬਦ ਸਰੂਪ ਬਾਰੇ ਗੁਰਬਾਣੀ ਦੇ ਕੁਝ ਪਾਵਨ ਸ਼ਬਦ ਧਿਆਨ ਗੋਚਰੇ ਕਰੀਏ। ਗੁਰੂ ਦੁਆਰੇ ਹਮਰਾ ਵਿਆਹ ਜਿਹੋਵਾ, ਜਾਂ ਸ਼ਹ ਮਿਲਿਆ ਤਾਂ ਜਾਣਿਆ, ਤਿਹ ਲੋਕਾਂ ਮੇਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਆਸਾ ਮਹੱਲਾ ਪਹਿਲਾ, ਪੰਨਾ 351। ਅਰਥ, ਜਦੋਂ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਦਾ ਆਪਾ ਮਿਟ ਗਿਆ ਅਤੇ ਮੇਰਾ ਮਨ ਪ੍ਰਭੂ ਖਸਮ ਵਿੱਚ ਰੀਝ ਗਿਆ ਤਾਂ ਮੇਰਾ ਵਿਆਹ ਮਿਲਾਪ ਉਸ ਪ੍ਰਭੂ ਨਾਲ ਹੋ ਗਿਆ। ਨਾਲ ਇਹ ਵੀ ਸਮਝ ਪਈ ਕਿ ਉਹ ਪ੍ਰਭੂ ਸ਼ਬਦ ਰੂਪ ਵਿੱਚ ਤਿੰਨਾਂ ਭਵਨਾਂ ਵਿੱਚ ਹੀ ਮੌਜੂਦ ਹੈ। ਆਪੇ ਸ਼ਬਦ, ਆਪੇ ਨਿਸ਼ਾਨ, ਆਪੇ ਸੁਰਤਾ, ਆਪੇ ਜਾਣ, ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਣ। ਬਿਲਾਵਲ ਮਹੱਲਾ ਪਹਿਲਾ, ਪੰਨਾ 795। ਅਰਥ, ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਭੂ ਆਪ ਹੀ ਸ਼ਬਦ ਸਰੂਪ ਹੈ ਅਤੇ ਆਪ ਹੀ ਉਹ ਆਪਣੇ ਦਰਬਾਰ ਦਾ ਪ੍ਰਵਾਨ ਪੱਤਰ ਬਖਸ਼ਦਾ ਹੈ। ਪ੍ਰਭੂ ਆਪ ਹੀ ਜੀਵਾਂ ਦੀ ਅਰਦਾਸ ਸੁਣਨ ਵਾਲਾ ਹੈ ਅਤੇ ਆਪ ਹੀ ਉਹਨਾਂ ਦੇ ਦੁੱਖ ਦਰਦ ਸਮਝਦਾ ਹੈ। ਪ੍ਰਭੂ ਆਪਣੇ ਬਲ ਨੂੰ ਆਪ ਹੀ ਵੇਖਦਾ ਹੈ, ਆਪਣੀ ਰਚਨਾ ਦੀ ਦੇਖਭਾਲ ਕਰਦਾ ਹੈ। हे ਪ੍ਰਭੂ, ਤੂੰ ਆਪ ਹੀ ਆਪਣੇ ਨਾਮ ਦੀ ਦਾਤ ਦੇਣ ਵਾਲਾ ਹੈ ਅਤੇ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਹੈ ਉਹ ਤੇਰੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਰਾਮਕਲੀ ਰਾਗ ਵਿੱਚ ਲਿਖੀ ਸਿੱਧ ਗੋਸ਼ਟ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਅਨਮੋਲ ਰਚਨਾ ਹੈ। ਇਸ ਵਿੱਚ ਗੁਰੂ ਸਾਹਿਬ ਨੇ ਸਿੱਧਾਂ ਵੱਲੋਂ ਪੁੱਛੇ ਅਧਿਆਤਮਕ ਸਵਾਲਾਂ ਦੇ ਉੱਤਰ ਦਿੱਤੇ ਹਨ। ਸਿੱਧਾਂ ਦੇ ਪੁੱਛਣ ਤੇ ਗੁਰੂ ਸਾਹਿਬ ਆਪਣਾ ਗੁਰੂ ਸ਼ਬਦ ਰੂਪ ਵਾਹਿਗੁਰੂ ਹੀ ਦੱਸਦੇ ਹਨ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਸਿੱਧ ਗੋਸ਼ਟ ਪੰਨਾ 943। ਅਰਥ, ਪ੍ਰਾਣੀ ਹੀ ਮਨੁੱਖਾ ਹਸਤੀ ਦਾ ਮੁੱਢ ਹਨ ਅਤੇ ਇਹ ਸਮਾਂ ਮਨੁੱਖਾ ਜਨਮ ਸਤਿਗੁਰ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਰੂਪ ਵਾਹਿਗੁਰੂ ਮੇਰਾ ਗੁਰੂ ਹੈ ਅਤੇ ਲਗਨ ਨਾਲ ਆਪਣੀ ਸੁਰਤ ਉਸ ਵਿੱਚ ਜੋੜਨੀ ਹੀ ਮੇਰਾ ਉਸ ਦਾ ਚੇਲਾ ਹੋਣਾ ਹੈ। ਮੈਂ ਅਕਥ ਪ੍ਰਭੂ ਦੇ ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। हे ਨਾਨਕ, ਧਰਤੀ ਨੂੰ ਪਾਲਣ ਵਾਲਾ ਉਹ ਗੁਰੂ ਹਰੇਕ ਯੁੱਗ ਵਿੱਚ ਮੌਜੂਦ ਹੈ। ਸਿੱਧ ਫਿਰ ਸਵਾਲ ਕਰਦੇ ਹਨ ਕਿ ਉਸ ਸ਼ਬਦ ਦਾ ਜਿਸ ਨਾਲ ਕਿ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ ਨਿਵਾਸ ਕਿੱਥੇ ਹੈ? ਤਾਂ ਸਤਿਗੁਰੂ ਫਰਮਾਉਂਦੇ ਹਨ, ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ, ਜਹ ਦੇਖਾਂ ਤਹ ਸੋਈ, ਪਵਨ ਕਾ ਵਾਸਾ ਸੁਨ ਨਿਵਾਸਾ, ਅਕਾਲ ਕਲਾ ਧਰ ਸੋਈ। ਸਿੱਧ ਗੋਸ਼ਟ ਪੰਨਾ 944। ਅਰਥ, ਉਹ ਸ਼ਬਦ ਜੋ ਅਦ੍ਰਿਸ਼ਟ ਪ੍ਰਭੂ ਦਾ ਰੂਪ ਹੈ, ਦਾ ਵਾਸਾ ਹਰ ਥਾਂ ਤੇ ਹੈ। ਮੈਂ ਤਾਂ ਜਿੱਧਰ ਵੇਖਦਾ ਹਾਂ ਮੈਨੂੰ ਉਹ ਹੀ ਦਿਸਦਾ ਹੈ। ਜਿਵੇਂ ਨਿਰਗੁਣ ਪ੍ਰਭੂ ਦਾ ਨਿਵਾਸ ਹਰ ਥਾਂ ਹੈ, ਤਿਵੇਂ ਪਵਨ ਰੂਪ ਸ਼ਬਦ ਦਾ ਨਿਵਾਸ ਹਰ ਥਾਂ ਹੈ। ਸ਼ਬਦ ਹੀ ਪੂਰਨ ਸੱਤਿਆਧਾਰੀ ਪ੍ਰਭੂ ਦਾ ਰੂਪ ਹੈ। ਇਹੋ ਜਿਹੇ ਹੋਰ ਬਹੁਤ ਸ਼ਬਦ ਹਨ ਜਿਹੜੇ ਪ੍ਰਭੂ ਦੇ ਸ਼ਬਦ ਰੂਪ ਦੀ ਪ੍ਰੋੜਤਾ ਕਰਦੇ ਹਨ। ਹੁਣ ਤੱਕ ਕਿਸੇ ਵੀਰ ਜਾਂ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਜੀ ਸਦਕੇ। ਭਾਈ ਦਲੀਪ ਸਿੰਘ ਪਾਣੀ ਵਾਲਾ ਗਲਾਸ ਫੜਦੇ ਹੋਏ ਸੰਗਤ ਨੂੰ ਸੰਬੋਧਨ ਹੋਏ, ਜਿਹੜੀ ਕਿ ਬਹੁਤ ਲਗਨ ਨਾਲ ਸੁਣ ਰਹੀ ਸੀ। ਆਪ ਜੀ ਨੇ ਵਾਹਿਗੁਰੂ ਦੇ ਤਿੰਨੇ ਹੀ ਸਰੂਪ ਬੜੇ ਵਿਸਥਾਰ ਨਾਲ ਸਮਝਾਏ ਹਨ, ਪਰੰਤੂ ਸ਼ਬਦ ਰੂਪ ਬਾਰੇ ਮੈਂ ਪੂਰੀ ਤਰ੍ਹਾਂ ਸਪਸ਼ਟ ਨਹੀਂ। ਵਾਹਿਗੁਰੂ ਦੇ ਸ਼ਬਦ ਸਰੂਪ ਅਤੇ ਗੁਰੂ ਦੇ ਸ਼ਬਦ ਵਿੱਚ ਕੀ ਅੰਤਰ ਹੈ? ਇੱਕ ਅੱਧ ਖੜ ਉਮਰ ਦੇ ਭਾਈ ਨਿਰਮਲਜੀਤ ਸਿੰਘ ਨੇ ਆਪਣੀ ਔਕੜ ਦੱਸੀ। ਤੁਸੀਂ ਚਿੰਤਾ ਨਾ ਕਰੋ ਵੀਰ ਜੀ, ਮੈਂ ਤੁਹਾਡੀ ਮੁਸ਼ਕਲ ਸਮਝਦਾ ਹਾਂ। ਯਾਦ ਹੈ ਮੈਂ ਸ਼ੁਰੂ ਵਿੱਚ ਇਹੋ ਹੀ ਕਿਹਾ ਸੀ ਕਿ ਪ੍ਰਭੂ ਦਾ ਇਹ ਸਰੂਪ ਸਮਝਾਉਣਾ ਕੁਝ ਔਖਾ ਹੈ, ਪਰ ਮੈਨੂੰ ਪੂਰੀ ਉਮੀਦ ਹੈ ਕਿ ਥੋੜ੍ਹੇ ਵਿਚਾਰ ਤੋਂ ਬਾਅਦ ਆਪ ਜੀ ਐਵੇਂ ਨਹੀਂ ਸੋਚੋਗੇ। ਭਾਈ ਦਲੀਪ ਸਿੰਘ ਦਾ ਕਾਫੀ ਤਜਰਬਾ ਸੀ। ਤੁਸੀਂ ਸੱਚ ਜਾਣਿਓ ਕਿ ਵਿਗਿਆਨ ਨੇ ਕਈ ਖੇਤਰਾਂ ਵਿੱਚ ਰੱਬ ਬਾਰੇ ਸਾਡੀ ਸੋਚ ਵਿੱਚ ਬੜੀ ਮਦਦ ਕੀਤੀ ਹੈ। ਤੁਹਾਨੂੰ ਯਾਦ ਹੈ ਕਿ ਰੱਬ ਦੀ ਹੋਂਦ ਬਾਰੇ ਵਿਚਾਰ ਕਰਦਿਆਂ ਅਸੀਂ ਟੀਵੀ, ਟੈਲੀਫੋਨ ਅਤੇ ਰੇਡੀਓ ਦੇ ਸਿਗਨਲਾਂ ਬਾਰੇ
ਗੱਲ ਕੀਤੀ ਸੀ। ਇਹ ਸਾਰੇ ਸਿਗਨਲ ਪ੍ਰਕਾਸ਼ ਦੇ ਹੀ ਹਿੱਸੇ ਹਨ ਅਤੇ ਇਹਨਾਂ ਯੰਤਰਾਂ ਦੀਆਂ ਕਾਢਾਂ ਤੋਂ ਪਹਿਲਾਂ ਵੀ ਇਹ ਆਕਾਸ਼ ਵਿੱਚ ਮੌਜੂਦ ਸਨ। ਇਹ ਸਾਨੂੰ ਦਿਸਦੇ ਨਹੀਂ, ਪਰ ਟੀਵੀ ਆਦਿ ਦੀਆਂ ਕਾਢਾਂ ਤੋਂ ਪਿੱਛੋਂ ਸਾਨੂੰ ਇਹਨਾਂ ਦੇ ਸਬੂਤਾਂ ਬਾਰੇ ਕੋਈ ਸ਼ੱਕ ਨਹੀਂ ਰਹਿ ਗਿਆ। ਅੱਜ ਅਸੀਂ ਦੁਨੀਆ ਦੀ ਕਿਸੇ ਵੀ ਨੁੱਕਰ ਵਿੱਚ ਬੈਠੇ ਦੁਨੀਆ ਦੇ ਕਿਸੇ ਵੀ ਸ਼ਹਿਰ ਦੀ ਖਬਰ ਰੇਡੀਓ, ਟੀਵੀ ਜਾਂ ਫੋਨ 'ਤੇ ਤਤਕਾਲ ਸੁਣ ਸਕਦੇ ਹਾਂ। ਇਹੋ ਹੀ ਨਹੀਂ, ਹਵਾਈ ਜਹਾਜ਼ ਦੇ ਸਫ਼ਰ ਦੌਰਾਨ ਆਕਾਸ਼ ਵਿੱਚ ਉੱਡਦੇ ਹੋਏ ਵੀ ਅਸੀਂ ਇਹ ਸਾਰੀਆਂ ਸਹੂਲਤਾਂ ਮਾਣ ਸਕਦੇ ਹਾਂ। ਇਹ ਸਾਰਾ ਕੁਝ ਤਾਂ ਹੀ ਸੰਭਵ ਹੈ ਜੇਕਰ ਇਹਨਾਂ ਦੇ ਸਿਗਨਲ ਪ੍ਰਕਾਸ਼ ਦੀਆਂ ਕਿਰਨਾਂ ਦੇ ਰੂਪ ਵਿੱਚ ਸਾਰੇ ਆਕਾਸ਼ ਵਿੱਚ ਮੌਜੂਦ ਹੋਣ। ਪਰ ਇਹਨਾਂ ਸਿਗਨਲਾਂ ਨੂੰ ਆਵਾਜ਼ਾਂ ਅਤੇ ਤਸਵੀਰਾਂ ਵਿੱਚ ਬਦਲਣ ਲਈ ਸਾਨੂੰ ਟੀਵੀ ਜਾਂ ਰੇਡੀਓ ਦੀ ਲੋੜ ਪੈਂਦੀ ਹੈ। ਇੱਕੋ ਹੀ ਪ੍ਰੋਗਰਾਮ ਅਸੀਂ ਕਰੋੜਾਂ ਟੀਵੀ 'ਤੇ ਵੇਖ ਸਕਦੇ ਹਾਂ। ਟੀਵੀ ਦੀ ਗਿਣਤੀ ਪ੍ਰੋਗਰਾਮ ਦੀ ਦਿੱਖ, ਕੁਆਲਿਟੀ 'ਤੇ ਕੋਈ ਚੰਗਾ ਮਾੜਾ ਅਸਰ ਨਹੀਂ ਪਾਉਂਦੀ, ਉਸ ਨੂੰ ਵਿਗਾੜਦੀ ਨਹੀਂ। ਹੁਣ ਇਸ ਤਰ੍ਹਾਂ ਸਮਝੋ ਕਿ ਵਾਹਿਗੁਰੂ ਟੀਵੀ ਆਦਿ ਸਿਗਨਲਾਂ ਦਾ ਸੋਮਾ ਹੈ ਅਤੇ ਪ੍ਰਕਾਸ਼ ਦੀਆਂ ਕਿਰਨਾਂ ਦੇ ਰੂਪ ਵਿੱਚ ਸਾਰੇ ਬ੍ਰਹਿਮੰਡ ਨੂੰ ਰੌਸ਼ਨ ਕਰ ਰਿਹਾ ਹੈ। ਇਹ ਪ੍ਰਕਾਸ਼ ਦੀਆਂ ਕਿਰਨਾਂ ਵਾਹਿਗੁਰੂ ਦਾ ਸ਼ਬਦ ਸਰੂਪ ਹੋ ਗਿਆ। ਮਨੁੱਖਾ ਸਰੀਰ ਨੂੰ ਟੀਵੀ ਜਾਂ ਰੇਡੀਓ ਮਿਥ ਲਵੋ, ਪਰ ਸਾਡਾ ਇਹ ਸਰੀਰਕ ਟੀਵੀ ਜਾਂ ਬੰਦ ਹੈ ਜਾਂ ਉਸ ਸਿਗਨਲ 'ਤੇ ਸੈੱਟ ਨਹੀਂ ਹੋਇਆ ਜੋ ਵਾਹਿਗੁਰੂ ਭੇਜ ਰਿਹਾ ਹੈ। ਸਤਿਗੁਰੂ ਵਾਹਿਗੁਰੂ ਨਾਲ ਅਭੇਦ ਹੋਣ ਕਰਕੇ ਇਹਨਾਂ ਸਿਗਨਲਾਂ ਅਤੇ ਮਨੁੱਖੀ ਸਰੀਰ ਟੀਵੀ ਦੇ ਕੰਮ ਕਰਨ ਦੇ ਭੇਦਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਸ਼ਰਨ ਆਏ ਸਿੱਖ ਨੂੰ ਆਪਣਾ ਸ਼ਬਦ ਦੇ ਕੇ ਸਤਿਗੁਰ ਇਸ ਮਨੁੱਖੀ ਸਰੀਰ ਟੀਵੀ ਨੂੰ ਚਾਲੂ ਕਰ ਦਿੰਦਾ। ਸਿੱਖ ਸਤਿਗੁਰ ਦੀ ਸਿੱਖਿਆ 'ਤੇ ਚੱਲ ਕੇ ਅਤੇ ਸਤਿਗੁਰ ਦੇ ਸ਼ਬਦ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ ਹੌਲੀ ਹੌਲੀ ਆਪਣੇ ਸਰੀਰ ਟੀਵੀ ਨੂੰ ਸ਼ਬਦ ਰੂਪ ਵਾਹਿਗੁਰੂ ਦੇ ਸਿਗਨਲ ਨਾਲ ਇੱਕ ਸੁਰ ਕਰ ਲੈਂਦਾ ਹੈ ਅਤੇ ਆਪਣੇ ਅੰਦਰ ਵਾਹਿਗੁਰੂ ਦਾ ਪ੍ਰਕਾਸ਼ ਕਰ ਲੈਂਦਾ ਹੈ। ਬਸ ਜੋਤ ਨਾਲ ਜੋਤ ਮਿਲ ਗਈ ਅਤੇ ਅਜਿਹੇ ਮਨੁੱਖ ਦੇ ਜਨਮ ਦਾ ਮਨੋਰਥ ਪੂਰਾ ਹੋ ਗਿਆ। ਇੰਨਾ ਕਹਿ ਕੇ ਭਾਈ ਸਾਹਿਬ ਥੋੜ੍ਹਾ ਚਿਰ ਲਈ ਚੁੱਪ ਹੋ ਗਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਸੰਗਤ ਭਾਈ ਸਾਹਿਬ ਦੇ ਇਸ ਵਿਖਿਆਨ ਨਾਲ ਬਹੁਤ ਪ੍ਰਭਾਵਿਤ ਹੋਈ। ਭਾਈ ਸਾਹਿਬ ਨੇ ਟੀਵੀ ਆਦਿ ਦੇ ਸਿਗਨਲਾਂ ਦੀ ਜੋ ਉਦਾਹਰਣ ਦੇ ਕੇ ਵਾਹਿਗੁਰੂ ਦੇ ਸ਼ਬਦ ਸਰੂਪ ਨੂੰ ਸਮਝਾਇਆ ਸੀ, ਉਹ ਬੱਚਿਆਂ ਸਮੇਤ ਸੌਖਾ ਹੀ ਹਰ ਇੱਕ ਦੀ ਸਮਝ ਵਿੱਚ ਆ ਗਿਆ। ਇਸ ਹੌਸਲਾ ਅਫਜ਼ਾਈ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਮੈਨੂੰ ਹੋਰ ਖੋਜ ਕਰਨ ਲਈ ਪ੍ਰੇਰਨਾ ਮਿਲਦੀ ਹੈ। ਭਾਈ ਸਾਹਿਬ ਨੇ ਗੁਰਬਾਣੀ ਵਿਚਾਰ ਜਾਰੀ ਰੱਖਦਿਆਂ ਆਖਿਆ। ਇਸ ਸਬੰਧ ਵਿੱਚ ਇੱਕ ਹੋਰ ਉਦਾਹਰਣ ਵੀ ਦਿੱਤੀ ਜਾ ਸਕਦੀ ਹੈ ਤਾਂ ਬੜੀ ਢੁਕਵੀਂ, ਪਰ ਵਾਹਿਗੁਰੂ ਨਾਲ ਜੋੜਦਿਆਂ ਇੰਨੀ ਵਧੀਆ ਨਹੀਂ ਲੱਗਦੀ। ਜੇ ਕਿਸੇ ਨੂੰ ਪਸੰਦ ਨਾ ਆਵੇ ਤਾਂ ਮੈਂ ਪਹਿਲਾਂ ਹੀ ਖਿਮਾ ਮੰਗ ਲੈਂਦਾ। ਸ਼ਾਸਤਰਾਂ ਅਨੁਸਾਰ ਜੀਵਾਂ ਦੀ ਉਤਪਤੀ ਦੀਆਂ 4 ਖਾਣੀਆਂ ਸੋਮੇ ਹਨ। ਜੇਰਜ ਮਾਤਾ ਦੇ ਪੇਟ ਤੋਂ, ਅੰਡਜ ਆਂਡਿਆਂ ਤੋਂ, ਉਤਪੁਜ ਧਰਤੀ ਤੋਂ ਸਾਰੀ ਬਨਸਪਤੀ ਅਤੇ ਸੇਤਜ ਮੁੜ ਕੇ ਆਦ ਤੋਂ ਜਿਵੇਂ ਜੂਆਂ। ਗੁਰਬਾਣੀ ਅਨੁਸਾਰ ਜੀਵਾਂ ਦੀ ਉਤਪਤੀ ਦੀਆਂ ਅਣਗਿਣਤ ਖਾਣੀਆਂ ਹਨ। ਅਸਲ ਵਿੱਚ ਮੁੜ ਕੇ ਤੋਂ ਕੋਈ ਵੀ ਜੀਵ ਪੈਦਾ ਨਹੀਂ ਹੁੰਦਾ। ਸੇਤਜ ਰਾਹੀਂ ਪੈਦਾ ਹੋਣ ਵਾਲੇ ਸਾਰੇ ਜੀਵ, ਜਿਨ੍ਹਾਂ ਵਿੱਚ ਬੈਕਟੀਰੀਆ ਵੀ ਸ਼ਾਮਲ ਹਨ, ਦੇ ਕੀਟਾਣੂ ਹਵਾ ਵਿੱਚ ਹਰ ਸਮੇਂ ਮੌਜੂਦ ਹੁੰਦੇ ਹਨ ਅਤੇ ਆਪਣੇ ਵਾਧੇ ਲਈ ਅਨੁਕੂਲ ਹਾਲਾਤ ਦੀ ਉਡੀਕ ਕਰਦੇ ਰਹਿੰਦੇ ਹਨ। ਆਮ ਤੌਰ 'ਤੇ ਇਹਨਾਂ ਕੀਟਾਣੂਆਂ ਦੇ ਵਾਧੇ ਲਈ ਸਲਾਬਾ, ਹਨੇਰਾ ਅਤੇ ਛੋਟੇ-ਮੋਟੇ ਜ਼ਖਮਾਂ ਵਾਲੇ ਵੱਡੇ ਜੀਵਾਂ ਦੀ ਲੋੜ ਹੁੰਦੀ ਹੈ, ਜਿੱਥੇ ਆਪਣੇ ਪਰਿਵਾਰ ਦਾ ਬਹੁਤ ਤੇਜ਼ੀ ਨਾਲ ਵਾਧਾ ਕਰ ਸਕਦੇ ਹਨ। ਸੇਤਜ ਖਾਣੀ ਦੇ ਜੀਵਾਂ ਦੇ ਕੀਟਾਣੂਆਂ ਵਾਂਗ ਪਰਮਾਤਮਾ ਦੀ ਜੋਤ ਵੀ ਹਰ ਥਾਂ ਮੌਜੂਦ ਹੈ ਅਤੇ ਬਿਲਕੁਲ ਉਹਨਾਂ ਵਾਂਗ ਇਸ ਰੱਬੀ ਜੋਤ ਨੂੰ ਵੀ ਅਨੁਕੂਲ ਹਾਲਾਤ ਦੀ ਭਾਲ ਰਹਿੰਦੀ ਹੈ, ਜੋ ਕਿ ਸ਼ੁੱਧ ਮਨੁੱਖੀ ਹਿਰਦਾ ਜਾਂ ਮਨ ਹੈ। ਬਸ ਨਿਰਮਲ ਹੋਏ ਮਨ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਪ੍ਰਫੁੱਲਤ ਹੁੰਦਾ ਹੈ ਅਤੇ ਮਨੁੱਖੀ ਜੋਤ ਪਰਮਾਤਮਾ ਦੀ ਜੋਤ ਵਿੱਚ ਇੱਕਮਿਕ ਹੋ ਜਾਂਦੀ ਹੈ। ਭਾਈ ਦਲੀਪ ਸਿੰਘ ਨੇ ਆਪਣਾ ਵਿਖਿਆਨ ਖਤਮ ਕੀਤਾ। ਇਸ ਸੰਬੰਧੀ ਕੋਈ ਸਵਾਲ? ਭਾਈ ਸਾਹਿਬ ਸਵਾਲ ਉਡੀਕਣ ਲੱਗ ਪਏ। ਨਹੀਂ ਜੀ, ਆਪ ਨੇ ਬਹੁਤ ਹੀ ਅਸਰਦਾਇਕ ਢੰਗ ਨਾਲ ਸਾਨੂੰ ਵਾਹਿਗੁਰੂ ਦੇ ਤਿੰਨੇ ਸਰੂਪ ਸਮਝਾ ਦਿੱਤੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤ ਵਿੱਚੋਂ ਕੁਝ ਆਵਾਜ਼ਾਂ ਆਈਆਂ। ਕੋਈ ਹੋਰ ਸਵਾਲ ਨਾ ਹੋਣ ਕਰਕੇ ਭਾਈ ਕਸ਼ਮੀਰ ਸਿੰਘ ਨੇ ਭਾਈ ਦਲੀਪ ਸਿੰਘ
ਅਤੇ ਸਾਰੀ ਸੰਗਤ ਦਾ ਬਹੁਤ ਧੰਨਵਾਦ ਕੀਤਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ ਦੇ ਬੁਲੰਦ ਨਾਅਰਿਆਂ ਨਾਲ ਅੱਜ ਦੀ ਕਥਾ ਦਾ ਭੋਗ ਪਾਇਆ ਗਿਆ। ਸਾਰੀ ਸੰਗਤ ਵਾਸਤੇ ਲੰਗਰ ਤਿਆਰ ਸੀ। ਕਿਤਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਲਾਹੀ ਸੰਦੇਸ਼ ਭਾਗ ਦੂਜਾ। ਲੇਖਕ ਡਾਕਟਰ ਦਵਿੰਦਰ ਸਿੰਘ ਸੇਖੋਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।